ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਵੰਦਨਾ ਖੰਨਾ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਨਜ਼ਰੀਆ 'ਚ ਅੱਜ ਅਸੀਂ ਗੱਲ ਕਰਨੀ ਹੈ ਪੋਸਟ ਮੈਟ੍ਰਿਕ ਸਕਾਲਰਸ਼ਿਪ ਬਾਰੇ। ਉਸ ਵਜ਼ੀਫਾ ਸਕੀਮ ਬਾਰੇ ਜਿਹੜੀ ਕਿ ਜਦੋਂ ਬਣੀ ਤਾਂ ਲੱਗਿਆ ਕਿ ਜਿਹੜੇ ਦਲਿਤ ਵਿਦਿਆਰਥੀ ਨੇ ਉਹ ਪੜ੍ਹਾਈ ਲਿਖਾਈ ਤੋਂ ਵਾਂਝੇ ਨਹੀਂ ਰਹਿਣਗੇ, ਪਰ ਅੱਜ ਦੇ ਸਮੇਂ ਦੇ ਵਿੱਚ ਇਹ ਵਜ਼ੀਫਾ ਸਕੀਮ ਜਿਹੜੀ ਹੈਗੀ ਹੈ ਉਹ ਵਿਦਿਆਰਥੀਆਂ ਦੇ ਲਈ ਇੱਕ ਮੁਸ਼ਕਲ ਬਣ ਚੁੱਕੀ ਹੈ, ਸਬਬ ਬਣ ਚੁੱਕੀ ਹੈ ਸੰਘਰਸ਼ ਦਾ। ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਵਿਸ਼ੇਸ਼ ਤੌਰ ਤੇ ਮੌਜੂਦ ਨੇ ਸੀਨੀਅਰ ਪੱਤਰਕਾਰ ਨਰਿੰਦਰ ਸੱਤੀ ਜੀ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸੱਤੀ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਜੀ। ਵੰਦਨਾ ਜੀ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਹੈ ਪੋਸਟ ਮੈਟ੍ਰਿਕ ਸਕਾਲਰਸ਼ਿਪ ਬਾਰੇ। ਹਾਂਜੀ, ਗੱਲ ਕਰਾਂਗੇ ਕਿ ਇਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਿਹੜੀ ਹੈਗੀ ਹੈ ਸ਼ੁਰੂ ਕਿਵੇਂ ਹੋਈ, ਕਿੱਥੋਂ ਸ਼ੁਰੂ ਹੋਈ ਔਰ ਇਹਦਾ ਮੰਤਵ ਕੀ ਸੀ। ਮੰਤਵ ਇਸ ਲਈ ਗੱਲ ਕਰਨੀ ਇਹਦੇ ਉੱਪਰ ਜ਼ਰੂਰੀ ਹੈ ਕਿਉਂਕਿ ਹੁਣ ਲੱਗਦਾ ਹੈ ਕਿ ਜਿਹੜੀ ਇਹ ਸਕੀਮ ਹੈਗੀ ਹੈ ਰਸਤਾ ਭਟਕ ਚੁੱਕੀ ਹੈ ਔਰ ਮੰਤਵ ਜਿਹੜਾ ਹੈ ਉਹ ਭੁੱਲ ਚੁੱਕੀ ਹੈ। ਤੇ ਇਸ ਬਾਰੇ ਸਾਨੂੰ ਦੱਸੋ ਕੁਝ। ਮੁੱਢਲੇ ਤੌਰ ਤੇ ਤਾਂ ਵੰਦਨਾ ਜੀ ਸਕੀਮ ਦਾ ਜਿਹੜੇ ਕੇਂਦਰ ਜਾਂ ਸੂਬਾ ਸਰਕਾਰਾਂ ਕੋਈ ਵੀ ਸਕੀਮ ਚਲਾਉਂਦੀਆਂ ਨੇ ਤੇ ਉਹ ਆਮ ਲੋਕਾਈ, ਆਮ ਜਨਤਾ ਦੀ ਭਲਾਈ ਲਈ ਚਲਾਉਂਦੀਆਂ ਨੇ। ਪਰ ਇਹ ਸਕੀਮ ਦਰਅਸਲ ਜਿਹੜਾ ਵੈਲਫੇਅਰ ਡਿਪਾਰਟਮੈਂਟ ਆ ਪੰਜਾਬ ਸਰਕਾਰ ਤੇ ਕੇਂਦਰੀ ਸਰਕਾਰ ਦਾ ਜਿਹੜਾ ਭਲਾਈ ਮੰਤਰਾਲਾ ਹੈਗਾ, ਜਿਹੜਾ ਗਰੀਬ ਗੁਰਬੇ ਦਲਿਤ ਜਾਂ ਪਛੜੀਆਂ ਸ਼੍ਰੇਣੀਆਂ ਦੇ ਲੋਕ ਨੇ ਉਹਨਾਂ ਦੇ ਬੱਚੇ ਜਿਹੜੀ ਵਿੱਦਿਆ ਦਾ ਗਹਿਣਾ ਆ ਉਹ ਪਾਉਣ ਤੋਂ ਬਿਰਵੇ ਨਾ ਰਹਿ ਜਾਣ, ਇਸ ਕਰਕੇ ਇਸ ਸਕੀਮ ਦਾ ਜਿਹੜਾ ਆ ਉਹ ਆਗਾਜ਼ ਹੋਇਆ ਸੀ। ਉਹਦਾ ਭਾਵ ਸੀਗਾ ਵੀ ਜਿਹੜੇ ਵਿਦਿਆਰਥੀ ਨੇ, ਗਰੀਬ ਵਿਦਿਆਰਥੀ ਆ, ਉਹ ਸਕੂਲਾਂ ਕਾਲਜਾਂ ਦੀਆਂ ਜਾਂ ਹਾਇਰ ਐਜੂਕੇਸ਼ਨ ਦੀ ਜਿਹੜੀ ਫੀਸ ਆ ਉਹ ਦੇਣ ਤੋਂ ਅਸਮਰੱਥ ਹੁੰਦੇ ਆ। ਖਾਸ ਕਰਕੇ ਜਿਹੜੀ ਮੁੱਢਲੀ ਸਿੱਖਿਆ ਆ ਸਕੂਲਾਂ ਕਾਲਜਾਂ ਦੀ ਜਾਂ ਡਿਗਰੀ ਲੈਵਲ ਦੀ ਜਾਂ ਸਕੂਲ ਸਰਟੀਫਿਕੇਟ ਦੀ। ਅਤੇ ਦੇਖਣ 'ਚ ਕੀ ਆਉਂਦਾ ਵੀ ਬਹੁਤ ਸਾਰੇ ਵਿਦਿਆਰਥੀ ਜਿੰਨਾ ਕੁ ਵਜ਼ੀਫਾ ਮਿਲਦਾ ਉਨੀਆਂ ਕੁ ਫੀਸਾਂ ਹੁੰਦੀਆਂ ਸੀ। ਹੁਣ ਹਾਲਾਂਕਿ ਉਹ ਰੇਸ਼ੋ, ਉਹ ਅਨੁਪਾਤ ਤਾਂ ਨਹੀਂ, ਜਿੰਨਾ ਉਹਨਾਂ ਨੂੰ ਵਜ਼ੀਫਾ ਮਿਲਦਾ ਉਹ ਤੋਂ ਕਿਤੇ ਜ਼ਿਆਦਾ ਫੀਸਾਂ ਨੇ, ਪਰ ਤਾਂ ਵੀ ਉਹਨਾਂ ਵਿਦਿਆਰਥੀਆਂ ਨੂੰ, ਜਿਹੜੇ ਦਲਿਤ ਵਿਦਿਆਰਥੀ ਨੇ ਜਾਂ ਪਛੜੀਆਂ ਸ਼੍ਰੇਣੀਆਂ ਦੇ, ਸ਼ੈਡਿਊਲਡ ਕਾਸਟ ਐਂਡ ਬੈਕਵਰਡ ਕਲਾਸਿਸ ਦੇ ਬੱਚੇ ਆ, ਉਹਨਾਂ ਨੂੰ ਫਿਰ ਵੀ ਥੋੜ੍ਹੀ ਬਹੁਤ ਸਹੂਲਤ ਹੁੰਦੀ ਹੈ ਵੀ ਚਲੋ ਕੁਛ ਪੈਸੇ ਆ ਗਏ। ਉਸ ਪਿੱਛੋਂ ਕੀ ਹੈ ਵੀ ਜਿਹੜੇ ਹੁਣ ਅੱਜ ਦੇ ਸਮੇਂ ਦੇ ਵਿੱਚ ਸਕੂਲ ਕਾਲਜ ਨੇ ਉਹ ਕੀ ਕਰਦੇ ਆ ਵੀ ਉਹ ਵਿਦਿਆਰਥੀਆਂ ਨੂੰ, ਸਰਕਾਰ ਦੇ ਇੱਕ ਤਰ੍ਹਾਂ ਹੁਕਮ ਨੇ ਵੀ ਤੁਸੀਂ ਬੱਚੇ ਤੋਂ ਫੀਸ ਨਹੀਂ ਲੈਣੀ। ਜਿਹੜਾ ਸਕਾਲਰਸ਼ਿਪ ਸਕੀਮ ਦਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਜਿਹੜੀ ਹੈ ਵੀ ਉਹਦੇ ਪੈਸੇ ਜਿਹੜੇ ਆ ਉਹ ਆਟੋਮੈਟਿਕਲੀ ਉਹਨਾਂ ਕਾਲਜਾਂ ਸਕੂਲਾਂ ਦੇ ਖਾਤਿਆਂ 'ਚ ਚਲੇ ਜਾਂਦੇ ਨੇ। ਅਤੇ ਹੁਣ ਮੁੱਦਾ ਇਹ ਆ ਵੀ ਅੱਜ ਦੀ ਡੇਟ ਦੇ ਵਿੱਚ ਉਹ ਜਿਹੜਾ ਸਾਰਾ ਸਿਸਟਮ ਆ ਉਹ ਅਸਤ ਵਿਅਸਤ ਹੋਇਆ ਪਿਆ। ਉਹ ਕਿਉਂਕਿ ਪਿਛਲੇ ਦਿਨੀਂ ਕੀ ਹੋਇਆ ਵੀ ਜਿਹੜਾ ਪੰਜਾਬ ਦੇ ਵਿੱਚ ਵਿਦਿਆਰਥੀਆਂ ਨੂੰ ਇਹ ਮਿਲਣਾ ਸੀ ਸਕਾਲਰਸ਼ਿਪ, ਉਹਨਾਂ ਦੇ ਖਾਤਿਆਂ 'ਚ ਜਾਣਾ ਸੀ, ਉਹ ਨਹੀਂ ਗਿਆ। ਜਿਹੜੀ ਇਨ ਕੁਐਸਚਨ ਗੱਲ ਹੈਗੀ ਆ ਉਹ ਤਾਂ ਇਹ ਆ ਵੀ ਮਈ 2019 ਤੋਂ ਲੈ ਕੇ ਦਸੰਬਰ 2019 ਤੱਕ, ਜਾਣੀ ਕਿ ਪਿਛਲੇ ਵਰ੍ਹੇ ਦਾ ਜਿਹੜਾ ਪੈਸਾ ਸੀ ਉਹ ਉਹਨਾਂ ਦੇ ਖਾਤਿਆਂ 'ਚ ਨਹੀਂ ਆਇਆ। ਉਹਦੇ ਰੈਪਰਕਸ਼ਨਸ ਕੀ ਹੋਏ, ਆਫਟਰ ਇਫੈਕਟਸ ਕੀ ਹੋਏ, ਉਹਨਾਂ ਦੇ ਕੀ ਨਤੀਜੇ ਨਿਕਲੇ, ਉਹ ਇਹ ਭਈ ਜਿਹੜੇ ਵਿਦਿਆਰਥੀ ਕੋਈ ਮੰਨ ਲਓ ਡਿਗਰੀ ਕੋ ਕਰ ਗਿਆ, ਕੋਈ ਸਰਟੀਫਿਕੇਟ ਕੋਰਸ ਕਰ ਗਿਆ, ਅਤੇ ਸਕੂਲਾਂ ਕਾਲਜਾਂ ਨੇ ਉਹਨਾਂ ਦੇ ਉਹ ਜਿਹੜੇ ਪ੍ਰਮਾਣ ਪੱਤਰ ਨੇ, ਸਰਟੀਫਿਕੇਟਸ ਨੇ, ਉਹ ਰੋਕ ਲਏ ਵੀ ਪਹਿਲਾਂ ਪੈਸੇ ਜਮ੍ਹਾਂ ਕਰਾਓ। ਉਸ ਪਿੱਛੋਂ ਜਿਨ੍ਹਾਂ ਨੇ ਦਾਖਲੇ ਲੈਣੇ ਸੀਗੇ ਉਹਨਾਂ ਨੂੰ ਦਾਖਲੇ ਇਸ ਕਰਕੇ ਨਹੀਂ ਦਿੱਤੇ ਗਏ ਵੀ ਪਹਿਲਾਂ ਹੀ ਪੈਸਾ ਨਹੀਂ ਆਇਆ, ਤੁਸੀਂ ਪੂਰੀ ਫੀਸ ਜਮ੍ਹਾਂ ਕਰਾਓ। ਜੇ ਦੇਖੋ ਜਿਹੜੇ ਵਿਦਿਆਰਥੀ ਉਹਨਾਂ ਘਰਾਂ 'ਚੋਂ ਆਉਂਦੇ ਨੇ ਜਿਨ੍ਹਾਂ ਕੋਲ ਦੋ ਡੰਗ ਦੀ ਰੋਟੀ ਨੇ, ਹਾਲਾਂਕਿ ਉੱਥੇ ਵੀ ਉਹਨਾਂ ਘਰਾਂ 'ਚ ਵੀ ਕੁਛ ਇਸ ਤਰ੍ਹਾਂ ਆ ਵੀ ਜਿਹੜੇ ਇੱਕ ਕ੍ਰੀਮੀ ਲੇਅਰ ਦੇ ਵਿੱਚ ਲੋਕ ਆ ਜਾਂਦੇ ਨੇ, ਜਿਹੜੇ ਉਸ ਵਰਗ 'ਚੋਂ ਥੋੜ੍ਹਾ ਜਿਹਾ ਉੱਪਰ ਉੱਠ ਜਾਂਦੇ ਨੇ, ਕੋਈ ਚੰਗੀ ਨੌਕਰੀ 'ਤੇ ਲੱਗ ਗਏ, ਕਿਤੇ ਸਿਵਲ ਸਰਵਿਸਿਜ਼ ਵਿੱਚ ਆ ਗਏ, ਤਾਂ ਉਹ ਆਮ ਤੌਰ 'ਤੇ ਦੇਖਣ 'ਚ ਆਉਂਦਾ ਵੀ ਉਹਨਾਂ 'ਚੋਂ ਬਹੁਤੇ ਫਿਰ ਉਹਨਾਂ ਦੀ ਬਾਤ ਨਹੀਂ ਪੁੱਛਦੇ ਜਾ ਕੇ, ਅਤੇ ਉਹਨਾਂ ਦੇ ਬੱਚੇ ਹੀ ਪੜ੍ਹ ਲਿਖ ਕੇ ਫਿਰ ਅੱਗੇ ਆਉਂਦੇ ਰਹਿੰਦੇ ਆ। ਇਸੇ ਤਰ੍ਹਾਂ ਉਸ ਕ੍ਰੀਮੀ ਲੇਅਰ ਦੇ ਲੋਕ ਹੀ ਅੱਗੇ ਤੋਂ ਅੱਗੇ ਤੁਰੇ ਰਹਿੰਦੇ ਨੇ। ਸਿਆਸਤ ਵਿੱਚ ਵੀ ਉਹਨਾਂ ਘਰਾਣਿਆਂ 'ਚੋਂ ਆਪਾਂ ਦੇਖਦੇ ਹਾਂ ਵੀ ਜਿਹੜੇ ਇੱਕ ਵਾਰ ਸਿਆਸਤ ਵਿੱਚ ਆ ਗਏ ਉਹ ਫਿਰ ਉਹਨਾਂ ਜਿਹੜੇ ਦਲਿਤ ਨੇ ਜਾਂ ਬੈਕਵਰਡ ਕਲਾਸਿਸ ਆ ਉਹਨਾਂ ਦੀਆਂ ਵੋਟਾਂ ਤਾਂ ਜ਼ਰੂਰ ਬਟੋਰਦੇ ਆ, ਉਹਨਾਂ ਨੂੰ ਜਾਤੀਵਾਦ ਦੇ ਵਿੱਚ ਉਲਝਾ ਕੇ, ਉਸ ਤਰ੍ਹਾਂ ਦੀ ਹਮਦਰਦੀ ਪੈਦਾ ਕਰਕੇ, ਪਰ ਉਹਨਾਂ ਦੇ ਵੈਲਫੇਅਰ ਲਈ ਕੋਈ ਬਹੁਤਾ ਕਾਰਜ ਹੁੰਦਾ ਮੈਂ ਨਹੀਂ ਦੇਖਦਾ। ਸੋ ਹੁਣ ਕੀ ਹੋਇਆ, ਐਤਕੀ ਕੀ ਹੋਇਆ ਵੀ ਉਹ ਜਿਹੜੇ ਕਿਰਪਾ ਸ਼ੰਕਰ ਸਰੋਜ ਨੇ ਉਹ ਭਲਾਈ ਮਹਿਕਮੇ ਦੇ ਐਡੀਸ਼ਨਲ ਚੀਫ ਸੈਕਟਰੀ ਨੇ, ਉਹਨਾਂ ਨੇ ਕਿਹਾ ਵੀ ਘਪਲਾ ਤਾਂ 62-63 ਕਰੋੜ ਦਾ ਹੈਗਾ, ਪਰ ਉਹਦੇ ਵਿੱਚੋਂ ਜਿਹੜਾ ਸਿੱਧਾ ਹੀ 39 ਕਰੋੜ ਰੁਪਈਆ ਹੈਗਾ ਉਹਦਾ ਤਾਂ ਬਿਲਕੁਲ ਹੀ ਕੋਈ ਹਿਸਾਬ ਕਿਤਾਬ ਨਹੀਂ।
ਕੋਈ ਫਾਈਲਾਂ ਨਹੀਂ ਮਿਲ ਰਹੀਆਂ ਤੇ ਉਹਦੇ ਵਿੱਚ ਜਿਹੜੇ ਮਤਲਬ ਉਹ ਭੂਤ ਸੰਸਥਾਵਾਂ ਨੂੰ ਦਿੱਤਾ ਗਿਆ। ਭੂਤ ਸੰਸਥਾਵਾਂ ਕਿਹੜੀਆਂ ਹੁੰਦੀਆਂ ਨੇ? ਜਿਨ੍ਹਾਂ ਦਾ ਕੋਈ ਵਜੂਦ ਹੀ ਹੈ ਨਹੀਂਗਾ, ਜਾਂ ਉਹਨਾਂ ਸੰਸਥਾਵਾਂ ਨੂੰ ਉਹ ਪੈਸੇ ਦੇ ਦਿੱਤੇ ਗਏ ਜਿਨ੍ਹਾਂ ਦਾ ਬਣਦਾ ਹੀ ਨਹੀਂ ਸੀ। ਉਲਟਾ ਜਿਨ੍ਹਾਂ ਤੋਂ ਸਰਕਾਰ ਨੇ ਵਸੂਲੀ ਕਰਨੀ ਸੀ ਉਹਨਾਂ ਸੰਸਥਾਵਾਂ ਨੂੰ ਉਹ ਪੈਸੇ ਦੇ ਦਿੱਤੇ ਗਏ। ਔਰ ਉਹਨਾਂ ਨੇ ਜਿਹੜੇ ਮੰਤਰੀ ਨੇ ਮਹਿਕਮੇ ਦੇ ਸਾਧੂ ਸਿੰਘ ਧਰਮਸੋਤ ਹੋਰੀ ਉਹਨਾਂ ਨੂੰ ਦੋਸ਼ੀ ਠਹਿਰਾਇਆ। ਸਾਧੂ ਸਿੰਘ ਧਰਮਸੋਤ ਹੋਰਾਂ ਦੇ ਅਸਤੀਫੇ ਦੀ ਮੰਗ ਚੱਲੀ ਸਰਕਾਰ ਦੇ ਅੰਦਰ, ਸਰਕਾਰ ਦੇ ਬਾਹਰ। ਵਿਰੋਧੀ ਧਿਰਾਂ ਨੇ ਵਿਰੋਧ ਕੀਤਾ, ਪੰਜਾਬ 'ਚ ਧਰਨੇ ਮੁਜ਼ਾਹਰੇ ਹੋਏ। ਔਰ ਉਹਨਾਂ ਨੇ ਕੀ ਹੋਇਆ ਵੀ ਵੰਦਨਾ ਜੀ, ਸਰਕਾਰ ਨੇ ਜਿਹੜੀ ਉਹਨਾਂ ਦੀ ਰਿਪੋਰਟ ਸੀ ਉਹ ਰੱਦ ਕਰ ਦਿੱਤੀ। ਰੱਦ ਕਰ ਦਿੱਤੀ ਭਾਵ ਉਹਨਾਂ ਨੇ ਕਿਹਾ ਵੀ ਸਾਧੂ ਸਿੰਘ ਧਰਮਸੋਤ ਹੋਰਾਂ ਦਾ ਇੱਕ ਬਿਆਨ ਆਉਂਦਾ ਹੈ ਭਈ ਮੇਰੀ ਕਿਉਂਕਿ ਲਾਗ ਡਾਟ ਸੀਗੀ, ਮੈਂ ਉਹਨਾਂ ਦੇ ਕਹੇ ਅਨੁਸਾਰ ਕੁਛ ਲੋਕਾਂ ਦੀ ਬਦਲੀ ਨਹੀਂ ਸੀ ਕੀਤੀ, ਕੁਛ ਫਾਈਲਾਂ ਰੁਕੀਆਂ ਹੋਈਆਂ ਸੀ, ਇਸ ਕਰਕੇ ਉਹਨਾਂ ਨੇ ਜਾਤੀ ਕਿਹੜ ਕੱਢਣ ਲਈ ਮੇਰੇ ਖਿਲਾਫ ਇਹ ਰਿਪੋਰਟ ਤਿਆਰ ਕੀਤੀ ਆ, ਇਸ ਕਰਕੇ ਮੈਂ ਜਾਂਚ ਨੂੰ ਨਹੀਂ ਮੰਨਦਾ। ਰਾਜਾ ਸਾਹਿਬ ਨੇ ਕੀ ਕੀਤਾ? ਕੈਪਟਨ ਅਮਰਿੰਦਰ ਸਿੰਘ ਹੋਰੀ, ਵਿਨੀ ਮਹਾਜਨ ਹੋਰਾਂ ਜਿਹੜੇ ਸਾਡੇ ਮੁੱਖ ਸਕੱਤਰ ਨੇ ਪੰਜਾਬ ਦੇ, ਉਹਨਾਂ ਨੂੰ ਕਿਹਾ ਵੀ ਇੱਕ ਨਵੀਂ ਜਾਂਚ ਕਮੇਟੀ ਬਣਾਈ ਜਾਵੇ। ਉਹ ਕਿਹਨਾਂ ਅਫਸਰ ਸਾਹਿਬਾਨ ਦੀ ਬਣਾਈ ਗਈ? ਉਹ 3 ਜੂਨੀਅਰ ਆਫੀਸਰਸ ਜਿਹੜੇ ਕਿਰਪਾ ਸ਼ੰਕਰ ਸਰੋਜ ਤੋਂ ਜੂਨੀਅਰ ਨੇ, ਉਹਨਾਂ ਨੇ ਇੱਕ ਜੂਨੀਅਰ ਜਿਹੜਾ ਉਹ ਸੀਨੀਅਰ ਦੀ ਜਿਵੇਂ ਹਾਇਰਾਰਕੀ ਚੱਲਦੀ ਆ ਉਹ ਕਿੰਨੀ ਕੁ ਉਹਦੇ ਵਿਰੁੱਧ ਜਾ ਸਕਦਾ ਉਹ ਤੁਹਾਨੂੰ ਸਾਨੂੰ ਸਾਰਿਆਂ ਨੂੰ ਪਤਾ ਹੈਗਾ। ਔਰ ਹੋਇਆ ਵੀ ਉਹੀ, 3 ਅਫਸਰ ਸਾਹਿਬਾਨ ਦੀ ਜਿਹੜੀ ਰਿਪੋਰਟ ਹੈ ਉਹਦੇ ਵਿੱਚ ਉਹਨਾਂ ਨੇ ਦੋਸ਼ ਮੁਕਤ ਕਰ ਦਿੱਤਾ ਤੇ ਰਿਪੋਰਟ ਆਪਣੀ ਸੌਂਪ ਦਿੱਤੀ। ਉਹਦੇ ਪਿੱਛੋਂ ਕੀ ਹੋਇਆ? ਉਹਦੇ ਪਿੱਛੋਂ ਜਿਹੜੀਆਂ ਸੰਸਥਾਵਾਂ ਨੇ, ਜਿਹੜੀਆਂ ਦਲਿਤ ਸੰਸਥਾਵਾਂ ਨੇ, ਪਛੜੀਆਂ ਸ਼੍ਰੇਣੀਆਂ ਦੀਆਂ ਸੰਸਥਾਵਾਂ ਨੇ, ਉਹ ਬਹੁਤ ਰੋਹ ਵਿੱਚ ਆਈਆਂ। ਦਲਿਤ ਵਿਦਿਆਰਥੀ, ਪਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀ ਰੋਹ ਦੇ ਵਿੱਚ ਆ ਗਏ ਔਰ ਸੜਕਾਂ 'ਤੇ ਨਿਤਰੇ। ਤਾਜ਼ਾ ਹੀ ਹਾਲੇ 10 ਤਰੀਕ ਨੂੰ ਪੂਰਾ ਪੰਜਾਬ ਬੰਦ ਰਿਹਾ ਔਰ ਵਿਰੋਧ ਦਾ ਉਹ ਆਪਾਂ ਸਿਖਰ ਕਹਿ ਸਕਦੇ ਹਾਂ ਤੇ ਅਜੇ ਤੱਕ ਵੀ ਉਹ ਵਿਰੋਧ ਜਿਹੜਾ ਖਤਮ ਨਹੀਂ ਹੋਇਆ, ਉਹ ਲਗਾਤਾਰ ਜਾਰੀ ਹੈ। ਸਤੀ ਜੀ, ਜਿਵੇਂ ਕਿ ਤੁਸੀਂ ਦੱਸਿਆ ਹੈ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਮਸਲੇ ਦੇ ਵਿੱਚ ਜਿਹੜੇ ਮੰਤਰੀ ਨੇ ਉਹਨਾਂ ਨੂੰ ਕਲੀਨ ਚਿੱਟ ਮਿਲ ਜਾਂਦੀ ਹੈ। ਬਿਲਕੁਲ ਜੀ। ਵਿਦਿਆਰਥੀ ਜਿਹੜੇ ਨੇ ਉਹ ਆਪਣਾ ਵਜ਼ੀਫਾ ਪਾਉਣ ਲਈ, ਫੀਸਾਂ ਪਾਉਣ ਦੇ ਲਈ ਸੜਕਾਂ 'ਤੇ ਉਤਰਦੇ ਨੇ, ਸੰਘਰਸ਼ ਕਰਦੇ ਨੇ। ਹੁੰਦਾ ਕੀ ਹੈ ਕਿ ਉਹਨਾਂ ਨੂੰ ਕਲੀਨ ਚਿੱਟ ਮਿਲ ਜਾਂਦੀ ਹੈ, ਵਿਦਿਆਰਥੀ ਸੰਘਰਸ਼ ਕਰ ਰਹੇ ਨੇ ਔਰ ਜਿਹੜੀ ਪੰਜਾਬ ਸਰਕਾਰ ਹੈ ਉਹ ਸੋਚ ਰਹੀ ਹੈ ਕਿ ਇੱਕ ਨਵਾਂ ਵਜ਼ੀਫਾ ਸਕੀਮ ਜਿਹੜੀ ਹੈ ਉਹ ਸ਼ੁਰੂ ਕੀਤੀ ਜਾਵੇ। ਮੈਨੂੰ ਇਹ ਦੱਸੋ ਕਿ ਜਦੋਂ ਪੁਰਾਣੀ ਸਕੀਮ ਦੇ ਪੈਸੇ ਹਾਲੇ ਤੱਕ ਜਿਹੜੇ ਵਿਦਿਆਰਥੀਆਂ ਕੋਲ ਨਹੀਂ ਪਹੁੰਚੇ ਨੇ, ਕਿਸੇ ਵੀ ਕਾਰਨ ਕਰਕੇ ਨਹੀਂ ਪਹੁੰਚੇ ਹੋਣ, ਤਾਂ ਉੱਥੇ ਨਵੀਂ ਸਕੀਮ ਦੇ ਲਈ ਜਗ੍ਹਾ ਕਿਵੇਂ ਬਣਦੀ ਹੈ? ਦੇਖੋ, ਇਹ ਤਾਂ ਇੱਕ ਹਾਸੋਹੀਣੀ ਗੱਲ ਹੈ ਭਈ ਨਵੀਂ ਸਕੀਮ ਦਾ ਮਤਲਬ ਆ ਭਈ ਹੋਰ ਘਪਲੇ, ਹੋਰ ਘੁਟਾਲੇ। ਦੇਖੋ ਵੰਦਨਾ ਜੀ, ਇਹ ਜਿਹੜੀਆਂ ਬਹੁਤੀਆਂ ਨਿੱਜੀ ਸੰਸਥਾਵਾਂ ਨੇ ਉੱਥੇ ਜੇ ਕੋਈ ਇਹੋ ਜਿਹੀਆਂ ਹੇਰਾਫੇਰੀਆਂ ਹੁੰਦੀਆਂ ਨੇ, ਇਹੋ ਜਿਹੇ ਘਪਲੇ ਹੁੰਦੇ ਨੇ ਤਾਂ ਉਹ ਭ੍ਰਿਸ਼ਟ ਅਧਿਕਾਰੀ ਤੇ ਉਹਨਾਂ ਸੰਸਥਾਵਾਂ ਨੂੰ ਚਲਾਉਣ ਵਾਲੇ ਲੋਕ ਕਰਦੇ ਨੇ। ਆਮ ਤੌਰ 'ਤੇ ਇਹ ਸੰਸਥਾਵਾਂ ਜਿਹੜੀਆਂ ਉਹ ਸਿਆਸਤਦਾਨਾਂ ਦੀਆਂ ਹੈਗੀਆਂ ਨੇ ਜਾਂ ਸਿਆਸਤਦਾਨਾਂ ਨਾਲ ਜੁੜੇ ਹੋਏ ਲੋਕਾਂ ਦੀਆਂ, ਜਿਨ੍ਹਾਂ ਦੀ ਪੁਸ਼ਤ ਪਨਾਹੀ ਇਹ ਸਿਆਸਤਦਾਨ ਕਰਦੇ ਨੇ। ਸੋ ਜਿੱਥੇ ਇਹੋ ਜਿਹਾ ਭ੍ਰਿਸ਼ਟ ਸਿਸਟਮ ਹੋਵੇ, ਜਿੱਥੇ ਜਿਵੇਂ ਹੁਣ ਆਪਾਂ ਕਹਿੰਦੇ ਹਾਂ ਵੀ ਇਹ ਮਈ 19 ਤੋਂ ਲੈ ਕੇ ਦਸੰਬਰ 19 ਤੱਕ ਦਾ ਘਪਲਾ ਹੈਗਾ, ਇਹ ਸਿਰਫ ਇਹਨਾਂ ਕੁਝ ਮਹੀਨਿਆਂ ਦਾ ਘਪਲਾ ਨਹੀਂ, ਪਿਛਲੇ 8 ਸਾਲ ਤੋਂ ਦਲਿਤ ਵਿਦਿਆਰਥੀਆਂ ਦੇ ਨਾਲ ਅਜਿਹਾ ਹੋ ਰਿਹਾ। ਇਹ ਗੱਲ ਕਿਸੇ ਤੋਂ ਗੁੱਝੀ ਨਹੀਂ ਵੀ ਵੱਖ-ਵੱਖ ਸੰਸਥਾਵਾਂ ਦੇ ਵਿੱਚ ਜਾਅਲੀ ਦਾਖਲੇ ਕੀਤੇ ਜਾਂਦੇ ਆ, ਉਹਨਾਂ ਦਾ ਜਾਅਲੀ ਪੈਸਾ ਵਸੂਲਿਆ ਜਾਂਦਾ। ਜਿਹੜੀਆਂ ਸਰਕਾਰਾਂ ਆ ਉਹਨਾਂ ਦੇ ਅਧਿਕਾਰੀ ਉਹ ਉਹਨਾਂ ਖਾਤਿਆਂ ਦੇ ਵਿੱਚ ਪੈਸੇ ਪਾਉਂਦੇ ਨੇ, ਉਹ ਉਹਨਾਂ ਦੀ ਵਾਪਸੀ ਹੁੰਦੀ ਆ ਔਰ ਉਹ ਪੈਸੇ ਜਿਹੜੇ ਆ ਸਿਰਫ ਕਾਗਜ਼ਾਂ ਦੇ ਵਿੱਚ ਹੀ ਉਹਨਾਂ ਦਾ ਲੈਣ ਦੇਣ ਹੁੰਦਾ, ਉਹ ਸਿੱਧਾ ਉਹਨਾਂ ਸੰਸਥਾਵਾਂ ਦੇ ਮਾਲਕਾਂ ਦੀ ਜੇਬ ਵਿੱਚ ਚਲ ਜਾਂਦਾ ਹੈਗਾ, ਜਾਂ ਭ੍ਰਿਸ਼ਟ ਅਧਿਕਾਰੀਆਂ ਦੀ ਜਾਂ ਸਿਆਸਤਦਾਨਾਂ ਦੀ। ਸੋ ਅਜਿਹੇ ਵਿੱਚ ਜਿਹੜਾ ਆ ਵੀ ਕੋਈ ਨਵੀਆਂ ਸਕੀਮਾਂ ਲਿਆਉਣੀਆਂ ਉਹ ਮੇਰੀ ਜਾਚੇ ਕੋਈ ਪ੍ਰੈਗਮੈਟਿਕ ਗੱਲ ਹੈ ਨਹੀਂ ਗੀ, ਕੋਈ ਪ੍ਰੈਕਟੀਕੈਲਿਟੀ ਇਹਦੇ ਵਿੱਚ ਕੁਝ ਲੱਗਦੀ ਨਹੀਂ। ਜੀ ਸਤੀ ਜੀ, ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਦੁਨੀਆ ਨੂੰ ਜਾਣੋ ਪੰਜਾਬ ਮੇਲ USA ਚੈਨਲ ਦੇ ਨਾਲ। ਸੰਸਾਰ ਭਰ ਦੀਆਂ ਖਬਰਾਂ ਜਾਣਨ ਲਈ, ਖਬਰਾਂ ਦੀ ਡੂੰਘਾਈ ਤੱਕ ਪਹੁੰਚਣ ਲਈ ਰੋਜ਼ ਵੇਖੋ ਪੰਜਾਬ ਮੇਲ ਅਖਬਾਰਨਾਮਾ। ਸਿਰਫ ਪੰਜਾਬ ਮੇਲ USA ਚੈਨਲ ਤੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV ਤੇ ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ ਤੇ ਨਜ਼ਰੀਆ ਦੇ ਵਿੱਚ ਸਾਡੇ ਨਾਲ ਬਣੇ ਹੋਏ ਨੇ ਸੀਨੀਅਰ ਪੱਤਰਕਾਰ ਨਰਿੰਦਰ ਸੱਤੀ ਜੀ ਔਰ ਗੱਲ ਅਸੀਂ ਕਰ ਰਹੇ ਹਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਬਾਰੇ। ਸੱਤੀ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਬਹੁਤ ਸਾਰੇ ਜਿਹੜੇ ਸੰਸਥਾਨ ਹੈਗੇ ਨੇ ਉਹ ਨਕਲੀ ਸਟੂਡੈਂਟਸ ਦੀ ਜਿਹੜੀ ਹੈ ਦਾਖਲੇ ਦਿਖਾਉਂਦੇ ਨੇ ਔਰ ਉਸ ਤੋਂ ਬਾਅਦ ਬਹੁਤ ਸਾਰਾ ਪੈਸਾ ਲੈਂਦੇ ਨੇ। ਇਸ ਤਰੀਕੇ ਦੇ ਨਾਲ ਜਿਹੜਾ ਘੁਟਾਲੇ ਲਗਾਤਾਰ ਹੋ ਰਹੇ ਨੇ ਔਰ 1 ਸਾਲ ਦੀ ਗੱਲ ਨਹੀਂ ਹੈਗੀ, 8 ਸਾਲ ਦੀ ਗੱਲ ਹੈਗੀ ਹੈ। ਜਦੋਂ ਵਿਦਿਆਰਥੀਆਂ ਦੀ ਗੱਲ ਆਉਂਦੀ ਹੈ, ਵਿਦਿਆਰਥੀਆਂ ਦੇ ਪੱਖ ਦੀ ਗੱਲ ਕਰੀਏ ਤਾਂ ਕਾਲਜਾਂ ਦੇ ਵਿੱਚ ਜਾਂਦੇ ਨੇ ਤਾਂ ਦਾਖਲਾ ਖਿੜਕੀ ਤੋਂ ਇਹ ਕਹਿ ਕੇ ਉਹਨਾਂ ਨੂੰ ਮੋੜ ਦਿੱਤਾ ਜਾਂਦਾ ਹੈ ਕਿ ਸਾਡੇ ਕੋਲ ਤਾਂ ਵਜ਼ੀਫੇ ਦੀ ਰਕਮ ਹਲੇ ਪਹੁੰਚੀ ਨਹੀਂ, ਤੁਸੀਂ ਪਹਿਲਾਂ ਫੀਸ ਜਮ੍ਹਾਂ ਕਰਾਓ, ਜਦ ਵਜ਼ੀਫਾ ਆਏਗਾ ਤੁਹਾਨੂੰ ਮੋੜ ਦਿੱਤੇ ਜਾਣਗੇ ਪੈਸੇ। ਜਦ ਕਾਲਜਾਂ ਨੂੰ ਇਹ ਸਵਾਲ ਕੀਤੇ ਜਾਂਦੇ ਨੇ ਤਾਂ ਕਾਲਜ ਵਾਲੇ ਇਹ ਕਹਿੰਦੇ ਨੇ ਕਿ ਸਾਡੀ ਆਪਣੀ ਮੁਸ਼ਕਲ ਹੈ। ਜੇਕਰ ਉਹਨਾਂ ਦੀ ਮੁਸ਼ਕਲ ਦੀ ਗੱਲ ਕਰੀਏ ਤਾਂ ਉਹ ਇਹ ਕਹਿੰਦੇ ਨੇ ਕਿ ਸਾਡੇ ਕੋਲ ਵਜ਼ੀਫੇ ਜਿਹੜੇ ਨੇ ਉਹਦੀ ਰਕਮ ਜਿਹੜੀ ਆ ਕਰੋੜਾਂ ਰੁਪਏ ਦੇ ਵਿੱਚ ਹੈਗੀ ਆ ਔਰ 2-2 3-3 ਸਾਲ ਤੋਂ ਬਕਾਇਆ ਹੈ ਪੰਜਾਬ ਸਰਕਾਰ ਦੇ ਉੱਪਰ। ਔਰ ਉਹਦੇ ਕਰਕੇ ਬਹੁਤ ਸਾਰੇ ਕਾਲਜ ਜਿਹੜੇ ਨੇ ਇਸ ਤਰ੍ਹਾਂ ਦੀ ਖਬਰਾਂ ਸੁਣਨ ਪੜ੍ਹਨ ਨੂੰ ਮਿਲੀਆਂ ਜਦੋਂ ਛੋਟੇ ਕਾਲਜ ਜਿਹੜੇ ਨੇ ਪਿੰਡਾਂ ਦੇ ਵਿੱਚ ਖਾਸ ਕਰਕੇ 100 ਜਿੱਥੇ ਵਿਦਿਆਰਥੀ ਸੀ ਉਹ ਬੰਦ ਵੀ ਹੋਏ ਕਿਉਂਕਿ ਉਹਨਾਂ ਨੂੰ ਰਕਮ ਨਹੀਂ ਮਿਲ ਰਹੀ ਸੀ। ਔਰ ਇਸ ਦੇ ਨਾਲ ਜੇ ਵੱਡੇ ਕਾਲਜਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਕਾਲਜਾਂ ਨੂੰ ਸ਼ਹਿਰਾਂ ਦੇ ਵਿੱਚ ਇਹ ਦਿੱਕਤ ਆਈ ਕਿ ਉਹਨਾਂ ਨੂੰ ਆਪਣੇ ਟੀਚਰਾਂ ਨੂੰ ਕਿਸੇ ਹੋਰ ਫੰਡ 'ਚੋਂ ਕੱਢ ਕੇ ਸੈਲਰੀਆਂ ਦੇਣੀਆਂ ਪਈਆਂ ਔਰ ਕਿਤੇ ਨਾ ਕਿਤੇ ਅੱਧੀਆਂ ਸੈਲਰੀਆਂ ਵੀ ਇਸ ਤਰ੍ਹਾਂ ਦੇ ਮਾਮਲੇ ਵੀ ਸਾਹਮਣੇ ਆਏ। ਦੋਹਾਂ ਪੱਖਾਂ ਦੀ ਜੇਕਰ ਗੱਲ ਕਰੀਏ ਤਾਂ ਤੁਸੀਂ ਕੀ ਸੋਚਦੇ ਹੋ? ਦੇਖੋ, ਪਹਿਲੀ ਗੱਲ ਤਾਂ ਇਹ ਆ ਵੀ ਆਪਾਂ ਸੰਸਥਾਵਾਂ ਦੀ ਗੱਲ ਕਰਦੇ ਹਾਂ। ਜਿਹੜੇ ਸਰਕਾਰੀ ਕਾਲਜ ਨੇ ਖਾਸ ਕਰਕੇ ਉਹਨਾਂ ਦਾ ਤਾਂ ਇਸ ਵੇਲੇ ਉਹ ਹਾਲ ਹੋ ਗਿਆ ਵੀ ਉੱਥੇ ਪਿਛਲੇ ਕਈ ਵਰ੍ਹਿਆਂ ਤੋਂ ਜਿਹੜੀ ਅਧਿਆਪਕਾਂ ਦੀ ਪੱਕੀ ਭਰਤੀ ਨਹੀਂ ਹੋਈ। ਬਹੁਤ ਸਾਰੇ ਜਿਹੜੇ ਨੌਜਵਾਨ ਨੇ ਉਹ ਚਾਹੇ ਡਾਕਟਰੇਟ ਕਰਕੇ ਆਉਂਦੇ ਨੇ, ਚਾਹੇ ਗੋਲਡ ਮੈਡਲਿਸਟ ਹੁੰਦੇ ਨੇ, ਯੂਨੀਵਰਸਿਟੀ 'ਚ ਪੋਜੀਸ਼ਨਾਂ ਹੁੰਦੀਆਂ, 4-4 ਕਿਤਾਬਾਂ ਲਿਖੀਆਂ ਹੁੰਦੀਆਂ ਨੇ, ਉਹਨਾਂ ਨੂੰ 10,000 ਤੇ ਭਰਤੀ ਕੀਤਾ ਜਾਂਦਾ ਅਤੇ ਹਫ਼ਤੇ ਦੇ ਉਹਨਾਂ ਤੋਂ 30 ਪੀਰੀਅਡ ਲਵਾਏ ਜਾਂਦੇ ਨੇ। ਠੀਕ ਹੈ, ਸੋ ਜਿਹਨੂੰ ਆਪਾਂ ਕਹਿੰਦੇ ਹੁੰਦੇ ਆ ਨਾ ਵੀ ਬਿਲਕੁਲ ਉਹਨਾਂ ਦਾ ਰੱਜ ਕੇ ਸ਼ੋਸ਼ਣ ਕੀਤਾ ਜਾਂਦਾ। ਇੱਕ ਤਰ੍ਹਾਂ ਦਾ ਇਹ ਮਾਨਸਿਕ ਸ਼ੋਸ਼ਣ ਹੈਗਾ। ਤੁਸੀਂ ਦੇਖੋ ਆਪਣੀ ਇੰਟਲੈਕਟ ਉੱਥੇ ਜਾ ਕੇ ਆਪਣੀ ਇੰਟਲੈਕਟ ਦੇ ਪੈਸੇ ਉਹ ਕਮਾਉਂਦੇ ਨੇ ਅਤੇ ਤੁਹਾਡੀ ਬੁੱਧੀ ਜਿਹੜੀ ਆ ਉਹ ਸਾਰੀ ਉਮਰ ਪੜ੍ਹਦਿਆਂ ਦੀ ਲੰਘ ਜਾਂਦੀ ਆ, ਮਿਹਨਤਾਂ ਕਰਦਿਆਂ ਦੀ ਲੰਘ ਜਾਂਦੀ ਆ ਅਤੇ ਉਹਦੇ ਨਾਲੋਂ ਇੱਕ ਆਮ ਕਾਲਜ ਅਧਿਆਪਕ ਜਿਹੜਾ ਕੱਚਾ ਹੁੰਦਾ, ਜਿਹੜਾ 99 ਦਿਨਾਂ ਦੇ ਚੱਕਰ 'ਚ ਹੁੰਦਾ ਹੈ, ਉਹਦੇ ਨਾਲੋਂ ਇੱਕ ਮਜ਼ਦੂਰ ਜਿਹੜਾ ਉਹ ਜ਼ਿਆਦਾ ਪੈਸੇ ਕਮਾਉਂਦਾ। ਠੀਕ ਹੈ, ਹਾਂ ਇੰਨਾ ਕੁ ਫਰਕ ਹੈਗਾ ਵੀ ਉਹ ਵਾਈਟ ਕਾਲਰ ਜੋਬ ਹੈ ਅਤੇ ਉਹ ਵਿਚਾਰਾ ਜਿਹੜਾ ਧੁੱਪ ਛਾਂ ਦੇ ਵਿੱਚ ਕੰਮ ਕਰਦਾ ਹੈਗਾ। ਅਗਲੀ ਗੱਲ, ਕਾਲਜਾਂ ਵਾਲੇ ਜਿਹੜੀ ਸਰਕਾਰ ਆ, ਪਹਿਲੀ ਗੱਲ ਤਾਂ ਪੱਕੀ ਭਰਤੀ ਕਿਉਂ ਨਹੀਂ ਕਰਦੀ? ਇਹ ਪਿਛਲੇ ਕਿੰਨੇ ਵਰ੍ਹੇ ਹੋ ਗਏ ਨੇ। ਠੀਕ ਹੈ, ਸੋ ਇਸ ਕਰਕੇ ਉਹ ਉਨੀ ਮਿਹਨਤ ਵੀ ਅੱਜ ਦੇ ਦੌਰ ਦੇ ਵਿੱਚ ਨਹੀਂ ਕਰਦੇ ਜਿੰਨੀ ਕਰਨੀ ਬਣਦੀ ਆ, ਕਿਉਂਕਿ ਉਹ ਸੋਚਦੇ ਆ 10,000 ਮਿਲਣਾ ਭਾਈ ਤਾਂ ਇਹ ਪਤਾ ਨਹੀਂ ਕਿੱਦਣ ਜਵਾਬ ਦੇ ਦੇਣਾ ਹੈਗਾ ਕਾਲਜ ਅਥਾਰਟੀਜ਼ ਨੇ। ਅਗਲੀ ਗੱਲ, ਉੱਥੇ ਦਾਖਲਿਆਂ ਦਾ ਸੰਕਟ ਹੈ। ਇਸੇ ਤਰ੍ਹਾਂ ਪ੍ਰਾਈਵੇਟ ਕਾਲਜਸ ਦੇ ਵਿੱਚ ਦਾਖਲਿਆਂ ਦਾ ਸੰਕਟ ਹੈ। ਹਾਲੇ ਪਿੱਛੇ ਜਿਹੇ ਦੀ ਗੱਲ ਆ ਵੀ ਜਲੰਧਰ ਸ਼ਹਿਰ ਦਾ ਇੱਕ ਕਾਲਜ ਜਿਹੜਾ ਆ, ਉੱਥੋਂ ਦੇ ਇੱਕ HOD ਦਾ ਮੈਨੂੰ ਫੋਨ ਆਉਂਦਾ ਹੈ ਭਈ ਪੰਜਾਬੀ ਦੇ ਵਿੱਚ ਯਾਰ ਕੋਈ ਆਪਣੇ ਰਿਸ਼ਤੇਦਾਰ ਸੱਜਣਾ ਮਿੱਤਰਾਂ ਦੇ ਬੱਚਿਆਂ ਨੂੰ ਕਹੋ ਵੀ ਇੱਥੇ ਦਾਖਲਾ ਲੈ ਲੈਣ, ਕਲਾਸਾਂ ਭਾਵੇਂ ਨਾ ਹੀ ਲਾਉਣ, ਅਸੀਂ ਹਾਜ਼ਰੀ ਲਾ ਦਿਆ ਕਰਾਂਗੇ। ਉਹ ਇਸ ਹੱਦ ਤੱਕ ਨਿਭ ਕੇ ਦਾਖਲੇ ਲਈ ਲੋਕਾਂ ਦੀਆਂ ਮਿੰਨਤਾਂ ਕਰਦੇ ਨੇ ਵੀ ਚਲੋ 4 ਦਾਖਲੇ ਹੋ ਜਾਣ ਅਤੇ ਡਿਪਾਰਟਮੈਂਟ ਬਚਿਆ ਰਹੇ। ਨਹੀਂ ਤਾਂ ਯੂਨੀਵਰਸਿਟੀਆਂ ਕੀ ਕਰਦੀਆਂ ਵੀ ਜਿਹੜੇ ਦਾਖਲੇ ਆ ਉਹ ਪੂਰੇ ਨਹੀਂ ਹੋਏ ਤਾਂ ਡਿਪਾਰਟਮੈਂਟ ਹੀ ਬੰਦ ਕਰ ਦਿਓ। ਡਿਪਾਰਟਮੈਂਟ ਬੰਦ ਹੋਊਗਾ, ਉਹਦੇ ਨਾਲ 10-15 ਜਿਹੜੇ ਅਧਿਆਪਕ ਨੇ ਉਹਨਾਂ ਦੀ ਨੌਕਰੀ ਜਾਂਦੀ ਲੱਗੂਗੀ, ਰੋਟੀ ਰੋਜ਼ੀ ਦਾ ਜਿਹੜਾ ਵਸੀਲਾ ਉਹ ਮਰ ਜਾਂਦਾ ਹੈਗਾ। ਦੇਖੋ, ਕਿਸੇ ਹੱਦ ਤੱਕ ਪ੍ਰਾਈਵੇਟ ਸੰਸਥਾਵਾਂ ਜਿਹੜੀਆਂ ਆ ਜਾਂ ਸਰਕਾਰੀ ਵੀ, ਉਹ ਉਹਨਾਂ ਦਾ ਫੀਸਾਂ ਮੰਗਣਾ ਤਾਂ ਜਾਇਜ਼ ਹੈਗਾ, ਪਰ ਨਾਲ ਦੀ ਨਾਲ ਸਰਕਾਰਾਂ ਨੇ ਜਿਹੜੇ ਪੈਸੇ ਦੇਣੇ ਹੁੰਦੇ ਉਹ ਉਹਨਾਂ ਦੇ ਖਾਤਿਆਂ 'ਚ ਵੇਲੇ ਸਿਰ ਆਉਣੇ ਚਾਹੀਦੇ ਆ, ਇੰਬਰਸਮੈਂਟ ਹੋਣੀ ਚਾਹੀਦੀ ਆ। ਪਰ ਅਗਲੀ ਗੱਲ ਜਿਹੜੀ ਹੈਗੀ ਆ ਭਈ ਦੇਖੋ, ਜਿਹੜੀ ਸਾਡੀਆਂ ਉੱਚ ਅਦਾਲਤਾਂ ਨੇ, ਹਾਈ ਕੋਰਟਸ ਨੇ ਜਾਂ ਐਪੈਕਸ ਕੋਰਟ ਆ ਆਪਣੀ ਸੁਪਰੀਮ ਕੋਰਟ ਆ, ਉਹਨਾਂ ਦੇ ਫੈਸਲੇ ਜਿਹੜੇ ਆ ਉਹ ਲਾਅ ਆਫ ਦਾ ਲੈਂਡ ਹੁੰਦੇ ਨੇ। ਜੇ ਇੱਕ ਧਿਰ 'ਤੇ ਲਾਗੂ ਹੁੰਦਾ ਤਾਂ ਉਹ ਸਾਰੀਆਂ ਧਿਰਾਂ ਨੂੰ ਮੰਨਣਯੋਗ ਹੁੰਦਾ, ਸਾਰੀਆਂ ਧਿਰਾਂ 'ਤੇ ਲਾਗੂ ਹੁੰਦਾ। ਉਹਦੇ 'ਚ ਕੀ ਹੈ ਬੰਦਰਾਂ ਜੀ ਭਈ 2014 ਦੀ ਇੱਕ ਪਟੀਸ਼ਨ 'ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਇੱਕ ਫੈਸਲਾ ਆ। ਉਹ ਕੀ ਫੈਸਲਾ ਆ ਭਈ ਜਿਨ੍ਹਾਂ ਸੰਸਥਾਵਾਂ ਨੇ ਵਿਦਿਆਰਥੀਆਂ ਤੋਂ ਫੀਸਾਂ ਦੇ ਦਾ ਜਿਹੜਾ ਉਹ ਬਦਲ ਚੁਣਿਆ ਹੋਵੇ, ਉਹ ਵਿਦਿਆਰਥੀਆਂ ਤੋਂ ਫੀਸ ਨਹੀਂ ਮੰਗ ਸਕਦੀਆਂ। ਸੋ ਇੱਕ ਤਰ੍ਹਾਂ ਨਾਲ ਜੇ ਉਹ ਫੀਸਾਂ ਮੰਗਦੇ ਆ ਵਿਦਿਆਰਥੀਆਂ ਦੀਆਂ ਤਾਂ ਉਹ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਆ, ਔਰ ਜਦੋਂ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੋਵੇ ਤਾਂ ਉਹ ਇੱਕ ਸਜ਼ਾਯੋਗ ਅਪਰਾਧ ਹੈ। ਇਹ ਤਾਂ ਵੱਖਰੀ ਗੱਲ ਆ ਵੀ ਉਹ ਵਿਦਿਆਰਥੀ ਜਿਹੜੇ ਆਪਣੀਆਂ ਫੀਸਾਂ ਨਹੀਂ ਦੇ ਸਕਦੇ, ਉਹ ਪਟੀਸ਼ਨ ਕਰਨ ਕਿੱਥੋਂ ਜਾਣਗੇ ਹਾਈ ਕੋਰਟ ਦੇ ਵਿੱਚ।
ठीक है। पर जे कोई उठ के कल नूं पब्लिक इंटरस्ट लिटिगेशन कर दिंदा भी ये अदारे विद्यार्थियों तो फीस किवें मंग रहे ने, ਤਾਂ ਉਹ ਹਾਈ ਕੋਰਟ ਲਾਜ਼ਮੀ ਆ ਵੀ ਹਾਈ ਕੋਰਟ ਉਹਨਾਂ ਨੂੰ ਸੱਦ ਕੇ ਉਹਨਾਂ ਦੀ ਜਵਾਬ ਤਲਬੀ ਕਰ ਸਕਦੀ ਆ। ਅਗਲੀ ਗੱਲ ਦੇਖੋ, ਵਿਦਿਆਰਥੀਆਂ ਨਾਲ ਧੱਕਾ ਹੋ ਰਿਹਾ। ਬਹੁਤ ਸਾਰੇ ਵਿਦਿਆਰਥੀ ਆ ਸਿਰਫ ਫੀਸ ਦੇ ਚੰਦ ਛਿੱਲਣਾ ਕਾਰਨ ਆਪਣੇ ਭਵਿੱਖ ਜਿਹੜੇ ਆ ਉਹ ਹਨੇਰੇ ਕਰ ਲੈਂਦੇ ਨੇ। ਆਪਾਂ ਇੱਕ ਜਲੰਧਰ ਦੀ ਹੋਰ ਉਦਾਹਰਨ ਦਿੰਦੇ ਹਾਂ, ਤੁਸੀਂ ਵੀ ਸ਼ਾਇਦ ਉਹਦੇ ਨਾਲ ਕਿਸੇ ਰੂਪ ਵਿੱਚ ਜੁੜੇ ਸੀ। ਪਈ ਇੱਕ ਚਾਹ ਵੇਚਣ ਵਾਲੇ ਦਾ ਜਿਹੜਾ ਰੇਹੜੀ ਲਾਉਂਦਾ ਵਿਚਾਰਾ, ਉਹਦਾ ਬੱਚਾ IIT ਲਈ ਐਂਟਰੈਂਸ ਐਗਜ਼ਾਮ ਪਾਸ ਕਰ ਜਾਂਦਾ, ਪਰ ਉਹ ਰੌਲਾ ਰੱਪਾ ਨਹੀਂ ਪਾਉਂਦੇ ਤਾਂ ਉਹ ਫੀਸ ਨਹੀਂ ਜੁੜਦੀ, ਤਾਂ ਉਹਦਾ ਦਾਖਲਾ ਰਹਿ ਜਾਂਦਾ ਹੈਗਾ। ਉਹ ਤੋਂ ਅਗਲੀ ਗੱਲ ਦੇਖੋ ਵੀ ਉਹ ਅਗਲੇ ਵਰੇ ਉਹ ਵਿਦਿਆਰਥੀ ਕਿੰਨਾ ਜ਼ਹੀਨ ਬੁੱਧੀ ਦਾ ਮਾਲਕ ਹੋਏਗਾ ਕਿ ਉਹ ਫਿਰ ਉਸ ਇਮਤਿਹਾਨ ਨੂੰ ਪਾਸ ਕਰ ਜਾਂਦਾ। ਫਿਰ ਕਿਤੇ ਗੱਲ ਕਿਸੇ ਦੇ ਗੇੜ 'ਚ ਆਉਂਦੀ ਆ, ਉਹ ਥੋੜ੍ਹਾ ਜਿਹਾ ਮੀਡੀਆ ਦੇ ਵਿੱਚ ਗੱਲ ਆ ਜਾਂਦੀ ਆ, ਅਤੇ ਬਹੁਤ ਸਾਰੇ ਲੋਕ ਫਿਰ ਉਸ ਗੱਲ ਨੂੰ ਉਭਾਰਦੇ ਨੇ। ਫਿਰ ਫੀਸਾਂ ਰਾਤੋਂ ਰਾਤ ਇਕੱਠੀਆਂ ਹੁੰਦੀਆਂ ਅਤੇ ਉਹ ਵਿਦਿਆਰਥੀ ਆਪਣਾ ਭਵਿੱਖ ਸੰਵਾਰਨ ਦੇ ਯੋਗ ਹੋ ਜਾਂਦਾ ਹੈਗਾ। ਸੋ ਜਿੱਥੇ ਜਿਨ੍ਹਾਂ ਨੂੰ ਸੱਚਮੁੱਚ ਲੋੜ ਆ, ਜਿਹੜੇ ਵਿਦਿਆਰਥੀ ਜਿਹੜੇ ਆ ਉਹ ਪੜ੍ਹਨਾ ਚਾਹੁੰਦੇ ਨੇ ਪਰ ਕਾਲਜਾਂ ਵਾਲੇ ਫੀਸਾਂ ਮੰਗਦੇ ਆ, ਜੇ ਉਹ ਪੜ੍ਹ ਜਾਂਦੇ ਆ ਅਤੇ ਡਿਗਰੀਆਂ ਨਹੀਂ ਦਿੱਤੀਆਂ ਜਾਂਦੀਆਂ ਕਿਉਂਕਿ ਫੀਸ ਨਹੀਂ ਤਾਰੀ ਹੁੰਦੀ, ਉਹਨਾਂ ਨਾਲ ਜਿਹੜਾ ਇਹ ਧੱਕਾ ਆ ਉਹ ਸਰਾਸਰ ਹੋ ਰਿਹਾ ਧੱਕਾ ਬੰਦ ਹੋਣਾ ਚਾਹੀਦਾ, ਹਰ ਹਾਲਤ ਵਿੱਚ ਬੰਦ ਹੋਣਾ ਚਾਹੀਦਾ। ਅਤੇ ਜਿਹੜੇ ਜ਼ਿੰਮੇਵਾਰ ਅਧਿਕਾਰੀ ਆ, ਦੇਖੋ ਸਰਕਾਰ ਵੀ ਕਹਿੰਦੀ ਆ ਵੀ ਅਸੀਂ ਨਿਆਇਕ ਪੱਧਰ 'ਤੇ ਜਾਂ ਪ੍ਰਸ਼ਾਸਨਿਕ ਪੱਧਰ 'ਤੇ ਉਚੇਚੇ ਕਦਮ ਚੁੱਕਾਂਗੇ ਤਾਂ ਕਿ ਇਹ ਜਿਹੜੇ ਲੂਪ ਹੋਲ ਨੇ ਜਾਂ ਇਹ ਜਿਹੜੀਆਂ ਚੋਰ ਮੋਰੀਆਂ ਆ ਬੰਦ ਹੋਣ। ਇਹ ਹੋਣੀਆਂ ਕਦੋਂ ਨੇ? ਦੇਖੋ 8 ਸਾਲ ਤੋਂ ਇਹ ਸਾਰਾ ਕੁਛ ਚੱਲ ਰਿਹਾ ਹੈਗਾ। ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਕਿੰਨੀ ਚੋਰ ਬਜ਼ਾਰੀ ਹੋ ਰਹੀ ਆ, ਸੋ ਇਹਨੂੰ ਠੱਲ ਕਿੱਦਣ ਪੈਣੀ ਆ? ਜੀ ਬਿਲਕੁਲ। ਸਤਿ ਜੀ, ਪੋਸਟ ਮੈਟ੍ਰਿਕ ਸਕੋਲਰਸ਼ਿਪ ਦੀ ਅਸੀਂ ਗੱਲ ਕਰ ਰਹੇ ਸੀ ਤਾਂ ਉਹਦੇ ਵਿੱਚ ਘੁਟਾਲੇ ਦੀ ਖਬਰਾਂ ਵੀ ਆਈਆਂ। ਉਸ ਤੋਂ ਬਾਅਦ ਜਿਹੜੇ ਮੰਤਰੀ ਨੇ ਸਾਧੂ ਸਿੰਘ ਧਰਮਸੋਤ, ਉਹਨਾਂ ਨੂੰ ਕਲੀਨ ਚਿੱਟ ਵੀ ਮਿਲ ਜਾਂਦੀ ਹੈ। ਜਿਹੜੇ ਵਿਦਿਆਰਥੀ ਨੇ ਉਹ ਸੜਕਾਂ 'ਤੇ ਵੀ ਉਤਰ ਆਉਂਦੇ ਨੇ ਅਤੇ ਕਲੀਨ ਚਿੱਟ ਮਿਲਣ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਕੀ ਹੈ? ਮਤਲਬ ਕੀ ਲੱਗਦਾ ਹੈ ਕਿ ਵਿਦਿਆਰਥੀਆਂ ਤੱਕ ਜਿਹੜੀ ਸਕੋਲਰਸ਼ਿਪ ਹੈ ਉਹ ਕਿਵੇਂ ਪਹੁੰਚੇਗੀ? ਦੇਖੋ, ਜਿਹੜੀ ਪਹਿਲੀ ਰਿਪੋਰਟ ਸੀ ਕਿਰਪਾ ਸ਼ੰਕਰ ਸਰੋਜ ਹੋਰਾਂ ਵਾਲੀ, ਉਹਨੂੰ ਵੀ ਆਪਾਂ ਫੂਲ ਪ੍ਰੂਫ ਰਿਪੋਰਟ ਨਹੀਂ ਕਹਿ ਸਕਦੇ। 62-63 ਕਰੋੜ ਦੀ ਗੱਲ ਕਰਦੇ ਆ, ਫਿਰ ਮੁੜ ਕੇ 39 'ਤੇ ਆ ਜਾਂਦੇ ਆ। ਜਿਹੜੀ ਨਵੀਂ ਟੀਮ ਹੈ 3 IAS ਅਫਸਰ ਸਾਹਿਬਾਨ ਦੀ, ਉਹ ਕਹਿੰਦੀ ਆ ਵੀ 39 ਕਰੋੜ ਦੀਆਂ ਜਿਹੜੀਆਂ ਮਿਸਲਾਂ ਗੁੰਮ ਹੋ ਗਈਆਂ ਸੀ ਨਾ, ਜਿਹਦਾ ਕੋਈ ਹਿਸਾਬ ਕਿਤਾਬ ਨਹੀਂ ਸੀ ਮਿਲਦਾ, ਉਹ 'ਚੋਂ ਹੁਣ ਅਚਾਨਕ ਪਤਾ ਨਹੀਂ ਕਿਵੇਂ ਕੋਈ ਕ੍ਰਿਸ਼ਮਾ ਹੋਇਆ ਅਤੇ 30 ਕਰੋੜ ਦੀਆਂ ਜਿਹੜੀਆਂ ਮਿਸਲਾਂ ਲੱਭ ਗਈਆਂ ਨੇ। ਸੋ ਕਿਤੇ ਨਾ ਕਿਤੇ ਵਿਭਾਗੀ ਤੌਰ 'ਤੇ ਹੀ ਗੜਬੜ ਹੋਈ ਆ। ਅਗਲੀ ਗੱਲ, ਕੇਂਦਰ ਸਰਕਾਰ ਨੇ ਕਿਹਾ ਵੀ ਆਇਆ ਜਿਹੜਾ ਪੈਸਾ ਬੱਚਿਆਂ ਨੂੰ ਜਾਣਾ ਆ ਜਾਂ ਰੀਇੰਬਰਸਮੈਂਟ ਹੋਣੀ ਆ ਕਾਲਜਸ ਨੂੰ ਜਾਂ ਕਾਲਜਸ ਵੱਲੋਂ, ਉਹ ਕੇਂਦਰ ਸਰਕਾਰ ਦਾ ਪੈਸਾ ਆ, ਸਾਨੂੰ ਤੁਹਾਡੀ ਜਾਂਚ 'ਤੇ ਭਰੋਸਾ ਨਹੀਂ ਸੂਬਾ ਸਰਕਾਰ ਦੀ, ਅਤੇ ਅਸੀਂ ਆਪਣੇ ਜਿਹੜੇ ਪੱਧਰ 'ਤੇ ਜਾਂਚ ਕਰਾਂਗੇ। ਸਾਡੇ ਕੈਪਟਨ ਸਰਕਾਰ ਨੇ, ਕੈਪਟਨ ਸਾਹਿਬ ਨੇ ਰੌਲਾ ਪਾਇਆ ਵੀ ਇਹ ਸੰਘੀ ਢਾਂਚੇ ਦੇ ਖਿਲਾਫ ਗੱਲ ਜਾਂਦੀ ਹੈਗੀ ਆ। ਜਿਹੜਾ ਦੇਸ਼ ਦਾ ਫੈਡਰਲ ਸਿਸਟਮ ਆ, ਸੋ ਸੂਬਿਆਂ ਦੇ ਮਸਲੇ ਸੂਬੇ ਨਿਬੇੜਨ, ਉਹ ਕਹਿੰਦੇ ਵੀ ਇਹ ਉਹਦੇ ਖਿਲਾਫ ਆ। ਉਹ ਕਹਿੰਦੇ ਨਹੀਂ, ਇਹਦੇ ਵਿੱਚ ਸੰਘੀ ਢਾਂਚੇ ਦੀ ਵਿਵਸਥਾ ਵਿਗੜਨ ਜਾਂ ਉਹਨੂੰ ਢਾਹ ਲਾਉਣ ਦੀ ਕੋਈ ਗੱਲ ਨਹੀਂ ਹੈਗੀ, ਕਿਉਂਕਿ ਪੈਸਾ ਕੇਂਦਰ ਦਾ, ਇਸ ਕਰਕੇ ਕੇਂਦਰ ਨਿਰਪੱਖ ਇੰਪਾਰਸ਼ੀਅਲ ਇਹਦੀ ਇਨਵੈਸਟਮੈਂਟ ਕਰਾਉਣੀ ਚਾਹੁੰਦਾ ਹੈਗਾ, ਇਨਕੁਆਇਰੀ ਕਰਾਉਣਾ ਚਾਹੁੰਦਾ ਹੈਗਾ। ਸੋ ਉਹ ਜਾਂਚ ਜਿਹੜੀ ਹੈ ਕੇਂਦਰ ਸਰਕਾਰ ਦੀ, ਉਹ ਹਾਲੇ ਚੱਲ ਰਹੀ ਆ। ਸੋ ਹਾਲੇ ਸਾਧੂ ਸਿੰਘ ਧਰਮਸੋਤ ਹੋਰਾਂ ਦਾ ਮਸਲਾ ਜਿਹੜਾ ਆ ਨਾ, ਜਾਂ ਉਹਨਾਂ ਦੇ ਸਿਰ ਤੋਂ ਸੰਕਟ ਟਲਿਆ ਨਹੀਂ। ਜੇ ਕੇਂਦਰ ਸਰਕਾਰ ਦੀ ਜਾਂਚ ਜਿਹੜੀ ਆ ਉਹਨਾਂ ਨੂੰ ਇੰਡਿਕਟ ਕਰਦੀ ਆ ਤਾਂ ਇਹ ਸਜ਼ਾਯੋਗ ਅਪਰਾਧ ਆ, ਦਲਿਤ ਵਿਦਿਆਰਥੀਆਂ ਦੇ ਵਜ਼ੀਫੇ ਨੂੰ ਖੁਰਦ-ਬੁਰਦ ਕਰਨਾ। ਅਗਲੀ ਗੱਲ, ਜਿਹੜਾ ਦੇਖੋ ਇਹ ਮਸਲੇ ਜਿਹੜੇ ਆ ਇਹ ਇੱਕ ਅੱਧੇ ਦਿਨ ਦੀ ਤਾਂ ਗੱਲ ਹੈ ਨਹੀਂ, ਨਾ ਹੀ ਜਾਂਚ ਇੱਕ ਅੱਧੇ ਦਿਨ ਦੀ ਗੱਲ ਆ। ਮੇਰੀ ਜਾਂਚੇ ਜਿਹੜੇ ਅਧਿਕਾਰੀ ਇਹਦੇ ਲਈ ਜ਼ਿੰਮੇਵਾਰ ਨੇ, ਫਾਈਲਾਂ ਗੁੰਮ ਹੋਈਆਂ ਜਾਂ ਜਿਹੜੀਆਂ ਸੰਸਥਾਵਾਂ ਨੂੰ ਜਿਨ੍ਹਾਂ ਦੀ ਹੋਂਦ ਹੀ ਕੋਈ ਨਹੀਂ, ਉਹ ਇਹ ਕਿੱਥੋਂ ਹੋਂਦ ਪੈਦਾ ਕਰਨਗੇ? ਰਾਤੋਂ ਰਾਤ ਜਾਂ ਉਹ 2 ਮਹੀਨਿਆਂ ਦੇ ਵਿੱਚ ਤਾਂ ਬਿਲਡਿੰਗ ਬਣ ਕੇ ਉੱਥੇ ਵਿਦਿਆਰਥੀਆਂ ਦੇ ਦਾਖਲੇ ਨਹੀਂ ਹੋ ਜਾਣੇ, ਨਾ ਹੀ ਮੈਨੇਜਮੈਂਟ ਖੜੀ ਹੋ ਜਾਣੀ ਆ। ਉਹ ਤਾਂ ਜ਼ਰੂਰ ਕਿਤੇ ਨਾ ਕਿਤੇ ਗੜਬੜ ਹੋਈ ਆ। ਜਿਹੜੀਆਂ ਭੂਤ ਸੰਸਥਾਵਾਂ ਨੇ ਜਿਨ੍ਹਾਂ ਦੀ ਕੋਈ ਹੋਂਦ ਹੀ ਨਹੀਂ, ਉਹਦੇ ਲਈ ਕੌਣ ਜ਼ਿੰਮੇਵਾਰ ਆ? ਕਿਵੇਂ ਉਹਨਾਂ ਦੇ ਖਾਤਿਆਂ 'ਚ ਪੈਸੇ ਗਏ ਜਾਂ ਜਿਨ੍ਹਾਂ ਤੋਂ ਵਸੂਲੀ ਹੋਣੀ ਸੀ ਉਲਟਾ ਉਹਨਾਂ ਨੂੰ ਪੈਸੇ ਦੇ ਦਿੱਤੇ ਗਏ? ਉਹ ਸੰਸਥਾਵਾਂ ਜਿਹੜੀਆਂ ਆ ਉਹਨਾਂ ਨੂੰ ਵੀ ਕਾਨੂੰਨ ਦੇ ਕਟਹਿਰੇ 'ਚ ਲਿਆਣ ਕੇ ਖੜਾ ਕੀਤਾ ਜਾਣਾ ਚਾਹੀਦਾ। ਅਤੇ ਜਿਹੜੇ ਦੋਸ਼ੀ ਨੇ, ਚਾਹੇ ਪ੍ਰਸ਼ਾਸਨਿਕ ਪੱਧਰ ਦੇ ਦੋਸ਼ੀ
ਜਾਂ ਉਹਨਾਂ ਸੰਸਥਾਵਾਂ ਦੇ ਜਿਹੜੇ ਮਾਲਕ ਨੇ ਉਹ ਬਰਾਬਰ ਦੇ ਦੋਸ਼ੀ ਨੇ, ਠੀਕ ਹੈ, ਤੇ ਜਾਂ ਇਹਦੇ ਵਿੱਚ ਜਿਹੜੇ ਰਲੇ ਹੋਏ ਲੋਕ ਨੇ ਉਹਨਾਂ ਸਾਰਿਆਂ ਨੂੰ ਕਾਨੂੰਨ ਦੇ ਦਾਇਰੇ ਵਿੱਚ ਲਿਆਣ ਕੇ ਮਿਸਾਲੀ ਸਜ਼ਾਵਾਂ ਦੇਣੀਆਂ ਚਾਹੀਦੀਆਂ, ਤਾਂ ਕਿ ਜਿਹੜੇ ਲੋਕ ਪਹਿਲਾਂ ਹੀ ਜਿਹੜੀ ਸਮਾਜਿਕ ਪੌੜੀ ਦੇ ਸਭ ਤੋਂ ਹੇਠਲੇ ਡੰਡੇ 'ਤੇ ਖੜ੍ਹੇ ਨੇ ਉਹਨਾਂ ਦੇ ਨਾਲ ਹੋਰ ਧੱਕਾ ਨਾ ਹੋਵੇ। ਔਰ ਘੱਟੋ ਘੱਟ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਇਹਦੀ ਜਾਂਚ ਕਰਵਾਈ ਜਾਵੇ, ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਆ ਉਹਦਾ ਨਿਬੇੜਾ ਜਾਂ ਉਹ ਨਿਤਰਨ ਦਾ ਆਪਾਂ ਕੋਈ ਆਸ ਰੱਖ ਸਕਦੇ ਹੈਗੇ। ਇਸ ਦੇ ਨਾਲ ਹੀ ਪ੍ਰੋਗਰਾਮ ਨਜ਼ਰੀਆ ਦਾ ਸਮਾਂ ਇੱਥੇ ਹੀ ਸਮਾਪਤ ਹੋ ਰਿਹਾ। ਸਤੀ ਜੀ, ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ, ਇੰਨੀ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਤੇ ਇਸ ਦੇ ਨਾਲ ਹੀ ਮੈਨੂੰ ਵੰਦਨਾ ਖੰਨਾ ਨੂੰ ਦਿਓ ਇਜਾਜ਼ਤ। ਪ੍ਰੋਗਰਾਮ ਨਜ਼ਰੀਆ 'ਚ ਫਿਰ ਕਿਸੇ ਦਿਨ ਮਿਲਾਂਗੇ ਕਿਸੇ ਹੋਰ ਵਿਸ਼ੇ ਦੇ ਨਾਲ, ਸੀਨੀਅਰ ਪੱਤਰਕਾਰ ਨਰਿੰਦਰ ਸਤੀ ਜੀ ਦੇ ਨਾਲ। ਸੋ ਹੁਣ ਸਾਨੂੰ ਦਿਓ ਇਜਾਜ਼ਤ। ਧੰਨਵਾਦ।